ਵਾਈਫ ਦਾ ਕੰਮ ਹੁੰਦਾ ਹੈ ਨਾ ਇੱਕ ਸਪੋਰਟ ਸਿਸਟਮ ਹੋਣ ਦਾ। ਸੋ ਮੈਮ ਤੁਸੀਂ ਨਹੀਂ, ਕੀ ਇੱਥੇ ਜਸਵੀਰ ਉਲਟਾ ਹੈ। ਇਹ ਮੇਰੀ ਸਪੋਰਟ ਸਿਸਟਮ ਨਹੀਂ ਹੈ, ਮੈਂ ਇਹਦਾ ਸਪੋਰਟ ਸਿਸਟਮ ਹੈ, ਕਿਉਂਕਿ ਸ਼ੀ ਇਜ਼ ਲੀਡਿੰਗ ਦਿਸ ਵੈਂਚਰ। ਮੈਂ ਇਹਦੀ ਸਪੋਰਟ ਕਰਨਾ ਹੁੰਦਾ। ਜਿੰਨੀ ਤਾਰੀਫ ਕੀਤੀ ਜਾਵੇ ਉਵੇਂ ਘੱਟ ਹੈ। ਇਹਨਾਂ ਨੇ ਮੈਨੂੰ ਕਦੇ ਕੁਐਸਚਨ ਨਹੀਂ ਕੀਤਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਤੋਂ ਆ ਰਹੇ ਹੋ, ਕੀ ਸਪੈਂਡ ਕੀਤਾ, ਕਿੰਨੇ ਵਜੇ ਆ ਰਹੇ ਹੋ, ਕਿੰਨਾ ਨਾਲ ਘੁੰਮ ਰਹੇ ਹੋ। ਇਹਨਾਂ ਨੂੰ ਪਤਾ ਹੈ ਕਿ ਚਲੋ ਮੈਨੂੰ ਪਤਾ ਆਪਣੀ ਲਿਮਿਟੇਸ਼ਨਸ, ਤੇ ਇਹਨੇ ਹਮੇਸ਼ਾ ਮੈਨੂੰ ਟਰਸਟ ਕੀਤਾ ਤੇ ਇਹ ਬਹੁਤ ਇੰਪੋਰਟੈਂਟ ਹੈ। ਜਿਹੜੀ ਮੈਂ ਅੱਜ ਉਡਾਰੀ ਮਾਰ ਸਕੀ ਹਾਂ ਇਹਨਾਂ ਦੇ ਕਾਰਨ ਹੀ ਆ। ਕੁਝ ਚੀਜ਼ਾਂ 'ਚ ਸਹੀ ਵੀ ਹੈ ਜਿਹੜਾ ਮੈਂ ਔਨ ਕੈਮਰਾ ਬੋਲ ਰਹੀ ਹਾਂ, ਉੱਦਾਂ ਤਾਂ ਮੈਂ ਕਦੇ ਬੋਲਦੇ ਹੀ ਨਹੀਂ। ਹਮੇਸ਼ਾ ਬੋਲਦੀ ਹਾਂ ਕਿ ਤੂੰ ਗਲਤ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਜਸਵੀਰ ਕੌਰ। ਸੋ ਅੱਜ ਮੇਰੇ ਨਾਲ ਬੜੇ ਹੀ ਖਾਸ ਗੈਸਟ ਮੌਜੂਦ ਹੈ, ਕੁਲਜਿੰਦਰ ਸਿੱਧੂ ਜੀ ਐਂਡ ਨਿਧੀ ਸਿੱਧੂ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਥੈਂਕ ਯੂ ਜਸਵੀਰ। ਪਹਿਲਾਂ ਤਾਂ ਤੁਹਾਨੂੰ ਦੋਨਾਂ ਦੇ ਕਪਲ ਦੀ ਮੈਚਿੰਗ ਬਹੁਤ ਸੋਹਣੀ ਲੱਗ ਰਹੀ ਹੈ। ਇੱਕ ਦੂਜੇ ਦੀ ਕੀਤੀ ਹੈ ਕਿ ਵੈਸੇ ਹੀ ਕੁਦਰਤੀ ਹੋ ਗਿਆ? ਨਹੀਂ, ਬਾਈ ਚਾਂਸ ਹੀ ਹੋ ਗਿਆ। ਦਿਲ ਨੂੰ ਦਿਲ ਨਾਲ ਰਾਹ ਹੈ। ਸੋ ਸਰ, ਇਟ ਇਜ਼ ਅ ਵੈਰੀ ਬਿਗ ਡੇ ਫॉर ਯੂ। ਔਰ ਇੰਟਰਨੈਸ਼ਨਲ ਦਾ ਅੱਜ ਅੱਛਾ ਇਵੈਂਟ ਹੋਇਆ ਹੈ, ਸਾਰਾ ਜੀ ਆਏ ਹੈ, ਅਰੀਨਾ ਮੈਮ ਆਏ, ਤਾਂ ਕਿਵੇਂ ਦਾ ਫੀਲ ਕਰ ਰਹੇ ਹੋ? ਹਾਂ, ਨਹੀਂ, ਬਹੁਤ ਚੰਗਾ ਫੀਲ ਹੋ ਰਿਹਾ। ਓਰੇਨ ਜਿਹੜਾ ਹੈ ਹਰ ਦਿਨ ਨਵੀਆਂ ਜਿਹੜੀਆਂ ਪਲੰਘਾਂ ਪੁੱਟ ਰਿਹਾ। ਸੋ ਓਰੇਨ ਨੇ ਇੱਕ ਨਵਾਂ ਲੀਪ ਲਿਆ ਹੈ ਇੱਕ ਤਰੀਕੇ ਦੇ ਨਾਲ ਕਿ ਅਸੀਂ ਬਿਊਟੀ ਇੰਡਸਟਰੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਹੈ। ਅਤੇ ਸਾਨੂੰ ਓਰੇਨ ਨੂੰ ਵਰਲਡਸ ਗ੍ਰੇਟੈਸਟ ਬ੍ਰਾਂਡ ਇਨ ਸਕਿੱਲ ਟ੍ਰੇਨਿੰਗ ਦਾ ਅਵਾਰਡ ਵੀ ਮਿਲਿਆ PwC ਵੱਲੋਂ। ਅਤੇ ਹੁਣ ਅਸੀਂ ਉਸੇ ਹੀ ਕਦਮ ਨੂੰ ਅੱਗੇ ਵਧਾਉਂਦੇ ਹੋਏ ਫੈਸ਼ਨ ਇੰਡਸਟਰੀ ਦੇ ਵਿੱਚ ਐਂਟਰ ਕੀਤੇ ਹਾਂ। ਅਤੇ ਅੱਜ ਤੁਸੀਂ ਦੇਖ ਹੀ ਲਿਆ ਬੜੇ ਧਮਾਕੇ ਦੇ ਨਾਲ ਸਾਡੇ ਸਟੂਡੈਂਟਸ ਦੇ ਫਸਟ ਬੈਚ ਨੇ, ਜਿਹੜਾ ਅਸੀਂ 20 ਦਾ ਬੈਚ ਅਕਤੂਬਰ ਦੇ ਵਿੱਚ ਬਣਾਇਆ ਸੀ, ਉਸ ਬੈਚ ਨੇ ਆਪਣੀ ਸਮਰ ਕਲੈਕਸ਼ਨਸ ਪੇਸ਼ ਕੀਤੀਆਂ ਨੇ। ਅਤੇ ਸਾਡਾ ਇਹ ਓਰੇਨ ਦੇ ਵਿੱਚ ਇਹੀ ਮੋਟਿਵ ਹੈ ਕਿ ਸਕਿੱਲ ਦੇ ਉੱਪਰ ਅਤੇ ਪ੍ਰੈਕਟੀਕਲ ਜਿਹੜੀ ਨੌਲੇਜ ਹੈ, ਪ੍ਰੈਕਟੀਕਲ ਜਿਹੜੀ ਟ੍ਰੇਨਿੰਗ ਹੈ, ਹੈਂਡਜ਼ ਔਨ ਟ੍ਰੇਨਿੰਗ ਹੈ, ਉਹਦੇ ਉੱਤੇ ਫੋਕਸ ਕਰਦੇ ਹੋਏ ਅਸੀਂ ਇਹ ਜਿਹੜਾ ਸਕੂਲ ਹੈ ਲਾਂਚ ਕੀਤਾ ਐਂਡ ਨਿਧੀ ਇਜ਼ ਟੇਕਿੰਗ ਕੇਅਰ ਆਫ ਇਟ। ਵਾਈਫ ਦਾ ਕੰਮ ਹੁੰਦਾ ਹੈ ਨਾ ਇੱਕ ਸਪੋਰਟ ਸਿਸਟਮ ਹੋਣ ਦਾ। ਸੋ ਮੈਮ ਤੁਸੀਂ ਕੀ ਇੱਥੇ ਜਸਵੀਰ ਉਲਟਾ ਹੈ। ਇਹ ਮੇਰੀ ਸਪੋਰਟ ਸਿਸਟਮ ਨਹੀਂ ਹੈ, ਮੈਂ ਇਹਦਾ ਸਪੋਰਟ ਸਿਸਟਮ ਹੈ, ਕਿਉਂਕਿ ਸ਼ੀ ਇਜ਼ ਲੀਡਿੰਗ ਦਿਸ ਵੈਂਚਰ। ਮੈਂ ਇਹਦੀ ਸਪੋਰਟ ਕਰਨਾ ਹੁੰਦਾ। ਸੋ ਕਿਵੇਂ ਦਾ ਫੀਲ ਕਰਦੇ ਮੈਮ ਜਦੋਂ ਇੱਕ ਹਸਬੈਂਡ ਸਾਥ ਦਿੰਦਾ? ਬਿਕੋਜ਼ ਅੱਜ ਕੱਲ੍ਹ ਬਹੁਤ ਘੱਟ ਵੇਖਣ ਨੂੰ ਮਿਲਦਾ ਦੈਟ ਵਿਮਨਸ ਨੂੰ ਅਚੀਵ ਕਰਨਾ ਹੁੰਦਾ ਹੈ, ਅਤੇ ਬਹੁਤ ਘੱਟ ਹੁੰਦਾ ਕਿ ਫੈਮਿਲੀ ਸਾਥ ਦਿੰਦੀ ਹੈ, ਹਸਬੈਂਡ ਸਾਥ ਦਿੰਦੀ ਹੈ। ਤੁਹਾਨੂੰ ਕਿੱਦਾਂ ਲੱਗਦਾ ਅਗਰ ਸਰ ਤੁਹਾਡਾ ਸਾਥ ਦਿੰਦੇ? ਬਹੁਤ ਵਧੀਆ ਲੱਗਦਾ। ਇਜ਼ ਅ ਵੈਰੀ ਅੰਡਰਸਟੈਂਡਿੰਗ ਹਸਬੈਂਡ। ਮਤਲਬ ਜਿੰਨੀ ਤਾਰੀਫ ਕੀਤੀ ਜਾਵੇ ਉਵੇਂ ਘੱਟ ਹੈ। ਇਹਨਾਂ ਨੇ ਮੈਨੂੰ ਕਦੇ ਕੁਐਸਚਨ ਨਹੀਂ ਕੀਤਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਕਿਤੋਂ ਆ ਰਹੇ ਹੋ, ਕੀ ਸਪੈਂਡ ਕੀਤਾ, ਕਿੰਨੇ ਵਜੇ ਆ ਰਹੇ ਹੋ, ਕਿੰਨਾ ਨਾਲ ਘੁੰਮ ਰਹੇ ਹੋ। ਇਹਨਾਂ ਨੂੰ ਪਤਾ ਹੈ ਕਿ ਚਲੋ ਮੈਨੂੰ ਪਤਾ ਆਪਣੀ ਲਿਮਿਟੇਸ਼ਨਸ, ਤੇ ਇਹਨੇ ਹਮੇਸ਼ਾ ਮੈਨੂੰ ਟਰਸਟ ਕੀਤਾ। ਅਤੇ ਇਹ ਬਹੁਤ ਇੰਪੋਰਟੈਂਟ ਹੈ। ਜਿਹੜੀ ਮੈਂ ਅੱਜ ਉਡਾਰੀ ਮਾਰ ਸਕੀ ਹਾਂ ਇਹਨਾਂ ਦੇ ਕਾਰਨ ਹੀ ਆ। ਬਿਕੋਜ਼ ਇਹ ਹਮੇਸ਼ਾ ਮੈਨੂੰ ਪੁਸ਼ ਕਰਦੇ ਆ। ਮਤਲਬ ਕਦੀ ਤਾਂ ਡਾਂਟਦੇ ਵੀ ਬਹੁਤ ਹੈ, ਮੈਂ ਇਰੀਟੇਟ ਵੀ ਹੋ ਜਾਂਦੀ ਆ। ਬਿਕੋਜ਼ ਇਹ ਕਹੀ ਜਾਓਗੇ ਮੈਂ ਤੈਨੂੰ ਮੈਂ ਸਿਖਾਉਣਾ। ਸੋ ਆਈ ਟੈਲ ਹਿਮ ਨਹੀਂ, ਬਸ ਹੋ ਗਿਆ, ਹੋਰ ਮੈਂ ਹੁਣ ਨਹੀਂ ਸਿੱਖਣਾ। ਬਟ ਠੀਕ ਹੈ, ਇਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਬਹੁਤ ਹਾਈਲੀ ਐਜੂਕੇਟਿਡ ਹੈ ਬੰਦਾ, ਐਕਸਪੀਰੀਅੰਸ ਹੈ ਇਹਨੂੰ ਜ਼ਿੰਦਗੀ ਦਾ। ਕੁਝ ਚੀਜ਼ਾਂ 'ਚ ਸਹੀ ਵੀ ਹੈ ਜਿਹੜਾ ਮੈਂ ਔਨ ਕੈਮਰਾ ਬੋਲ ਰਹੀ ਹਾਂ, ਉੱਦਾਂ ਤਾਂ ਮੈਂ ਕਦੇ ਬੋਲਦੇ ਨਹੀਂ। ਹਮੇਸ਼ਾ ਬੋਲਦੀ ਹਾਂ ਕਿ ਤੂੰ ਗਲਤ ਹੈ। ਬਟ ਠੀਕ ਹੈ, ਇਹਨਾਂ ਦੀ ਸਪੋਰਟ ਮੇਰੇ ਲਈ ਬਹੁਤ ਇੰਪੋਰਟੈਂਟ ਸੀ। ਤਾਈਓ ਆਪਾਂ ਇੰਨਾ ਵੱਡਾ ਜਿਹੜਾ ਓਰੇਨ FDM ਫੈਸ਼ਨ ਸਕੂਲ ਅੱਜ ਮੈਂ ਖੋਲ੍ਹ ਸਕੀ। ਕਈ ਵਾਰ ਮੈਂ ਡਾਮਾਡੋਲ ਵੀ ਹੋ ਜਾਂਦੀ ਹਾਂ, ਕਈ ਵਾਰ ਮੈਂ ਡਾਊਟਫੁਲ ਵੀ ਹੋ ਜਾਂਦੀ ਹਾਂ, ਕਈ ਵਾਰ ਮੈਂ ਸਟਰੈਸਫੁਲ ਵੀ ਹੋ ਜਾਂਦੀ ਹਾਂ। ਪਰ ਇਹ ਹਮੇਸ਼ਾ ਮੈਨੂੰ ਮਤਲਬ ਉੱਥੇ ਹੁੰਦਾ ਹੈ, ਹੀ ਇਜ਼ ਆਲਵੇਜ਼ ਦੇਅਰ ਟੂ ਟੇਕ ਕੇਅਰ ਆਫ ਮੀ ਕਿ ਨਹੀਂ ਕੁਛ ਨਹੀਂ ਹੁੰਦਾ, ਕਾਮ ਰਹਿ, ਹੋ ਜਾਊਗਾ ਐਵਰੀਥਿੰਗ ਵਧੀਆ ਤਰੀਕੇ ਨਾਲ ਹੋ ਜਾਊਗਾ, ਟੈਨਸ਼ਨ ਨਹੀਂ ਲੈਣੀ। ਸੋ ਜਿਵੇਂ ਸਰ ਨੇ ਆ ਕਿ ਤੁਸੀਂ ਹੀ ਲੀਡ ਕਰ ਰਹੇ ਹੋ, ਮੈਂ ਦਾ ਸਪੋਰਟ ਸਿਸਟਮ ਆ। ਸੋ ਪੇਸ਼ੈਂਸ ਲੈਵਲ ਨਾਲ ਹਰ ਫੀਲਡ ਦੇ ਵਿੱਚ ਟੈਸਟ ਹੁੰਦਾ ਹੈ। ਤੁਹਾਡਾ ਪੇਸ਼ੈਂਸ ਕਿੰਨਾ ਕੁ ਟੈਸਟ ਹੋਇਆ ਇਸ ਫੀਲਡ ਦੇ ਵਿੱਚ? ਮੈਂ ਐਕਚੁਅਲੀ ਬਹੁਤ ਕੰਮ ਕੀਤੇ ਨੇ। ਪਹਿਲਾਂ ਜਿਵੇਂ ਮੈਂ RJ ਰਹਿ ਚੁੱਕੀ ਹਾਂ, ਉਸ ਤੋਂ ਬਾਅਦ ਮੈਂ EP ਰਹਿ ਚੁੱਕੀ ਸੀ ਇਹਨਾਂ ਦੀ ਪੰਜਾਬੀ ਫਿਲਮਾਂ ਲਈ। ਉਸ ਤੋਂ ਬਾਅਦ ਆਪਾਂ ਓਰੇਨ ਇੰਟਰਨੈਸ਼ਨਲ ਦੇ ਸਕੂਲਸ ਖੋਲ੍ਹੇ ਸੀ, ਇੱਥੇ ਖੋਲ੍ਹਿਆ, ਫਿਰ ਉਹਨੂੰ ਚਲਾਇਆ, ਫਿਰ ਬੰਬੇ ਗਏ, ਉੱਥੇ ਸੈੱਟ ਕੀਤਾ, ਚਲਾਇਆ, ਫਿਰ ਹੁਣ ਇਹ ਫੈਸ਼ਨ ਖੋਲ੍ਹਿਆ। ਤਾਂ ਬਹੁਤ ਸਾਰੀ ਫੀਲਡਸ ਮੈਂ ਚੇਂਜ ਕੀਤੀਆਂ। ਸ਼ਹਿਰ ਵੀ ਬਹੁਤ ਬਦਲੇ ਨੇ, ਅਤੇ ਮੁਸ਼ਕਿਲ ਤਾਂ ਬਹੁਤ ਹੁੰਦਾ ਕਈ ਵਾਰ। ਖੁਸ਼ੀ ਵੀ ਹੁੰਦੀ ਹੈ ਕਿ ਬੜਾ ਨਵਾਂ ਸਿੱਖਣ ਨੂੰ ਮਿਲਦਾ ਹੈ ਨਾ। ਨਵੇਂ ਸ਼ਹਿਰ ਜਾਂਦੇ ਹੋ, ਨਈ ਚੀਜ਼ਾਂ। ਹੁਣ ਇਹ ਜਿਵੇਂ ਫੈਸ਼ਨ ਹੈ, ਮੈਨੂੰ ਠੀਕ ਹੈ, ਫੈਸ਼ਨ ਦੀ ਨੌਲੇਜ ਹਰ ਕੁੜੀ ਨੂੰ ਹੁੰਦੀ ਹੈ, ਹਰ ਬੰਦੇ ਨੂੰ ਹੁੰਦੀ ਹੈ, ਪਰ ਇੱਕ ਜਿਹੜੀ ਡੀਪ ਨੌਲੇਜ ਹੁੰਦੀ ਆ ਹੈ ਨਾ, ਉਹ ਬਹੁਤ ਚੀਜ਼ਾਂ ਤੁਹਾਨੂੰ ਸਿੱਖਣੀਆਂ ਪੈਂਦੀਆਂ। ਤਾਂ ਇਹ ਹੈ ਕਿ ਹੁਣ ਜਿਵੇਂ ਫੈਸ਼ਨ 'ਚ ਮੈਂ ਖੁਦ ਵੀ ਬਹੁਤ ਕੁਝ ਸਿੱਖ ਰਹੀ ਹਾਂ, ਅਤੇ ਬੱਚਿਆਂ ਨੂੰ ਆਪਾਂ ਇੱਥੇ ਬਹੁਤ ਕੁਝ ਵਧੀਆ ਚੀਜ਼ਾਂ ਸਿਖਾ ਰਹੇ ਹਾਂ। ਅਤੇ ਬਸ ਇਹਨਾਂ ਦਾ ਸਾਥ ਹੈ, ਇਹ ਸਪੋਰਟਿੰਗ ਸਿਸਟਮ ਜਦ ਤੱਕ ਹੈ ਮੈਂ ਚੱਲ ਰਹੀ ਹਾਂ। ਸੋ ਬੀਇੰਗ ਐਨ ਐਕਟਰ ਸਰ, ਜਦੋਂ ਤੁਸੀਂ ਲਾਈਕ ਇੱਧਰ ਹੁਣ ਫੈਸ਼ਨ ਫੀਲਡ ਦੇ ਵਿੱਚ ਆਏ ਹੋ, ਕੀ ਡਿਫਰੈਂਸ ਲੱਗਿਆ? ਆਈ ਐਮ ਸ਼ੋਰ ਕਿ ਬੀਇੰਗ ਐਨ ਆਰਟਿਸਟ ਓਬਵੀਅਸਲੀ ਇਟ ਇਜ਼ ਵੈਰੀ ਇੱਕ ਨੀਡ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਟਿਪ ਟੋਪ ਰੱਖਣਾ ਹੈ, ਸਭ ਕੁਝ ਵਧੀਆ ਰੱਖਣਾ ਹੈ, ਐਂਡ ਅਪ ਟੂ ਡੇਟ ਰੱਖਣਾ ਹੈ। ਫਸਟ ਜਿਹੜੀ ਚੀਜ਼ਾਂ ਟਰੈਂਡਿੰਗ ਦੇ ਵਿੱਚ ਚੱਲ ਰਹੀਆਂ, ਉਹ ਆਈ ਥਿੰਕ ਵਿਮਨਸ ਦਾ ਫੈਸ਼ਨ ਬਹੁਤ ਜ਼ਿਆਦਾ ਐਕਸਪਲੋਰ ਕਰ ਸਕਦੀ ਵਿਮਨਸ, ਬਟ ਮੈਨਸ ਦਾ ਨਹੀਂ ਹੁੰਦਾ। ਸੋ ਉਹਨਾਂ ਲਈ ਤੁਸੀਂ ਕੀ ਕਹੋਗੇ ਜਿਹੜੇ ਇਹ ਸੋਚਦੇ ਕਿ ਯਾਰ ਮੁੰਡੇ ਦੀ ਪੈਂਟ ਸ਼ਰਟ ਹੁੰਦੀ ਹੈ ਬਸ? ਉਹਨਾਂ ਨੂੰ ਕੀ ਕਹੋਗੇ ਤੁਸੀਂ?
ਹਾਂ ਨਹੀਂ ਹੁਣ ਦੇਖੋ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ ਆਪਾਂ ਅੱਗੇ ਵਧ ਰਹੇ ਹਾਂ ਤੇ ਆਪਾਂ ਹਮੇਸ਼ਾ ਦੇਖੀਦਾ ਹੈ ਕਿ ਲੋਕੀ ਤੁਹਾਨੂੰ ਤੁਹਾਡੀ ਫਸਟ ਲੁੱਕ ਤੋਂ ਜੱਜ ਕਰਦੇ ਆ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ ਸੋ ਉਹ ਜਿਹੜੀ ਫਸਟ ਲੁੱਕ ਹੈ ਤੁਹਾਡੀ ਉਹ ਤੁਸੀਂ ਹਮੇਸ਼ਾ ਇੱਕ ਤਾਂ ਕੌਨਫੀਡੈਂਸ ਹੋਣਾ ਚਾਹੀਦਾ ਤੁਹਾਡੇ 'ਚ ਦੂਸਰਾ ਜੇ ਤੁਸੀਂ ਸਮਾਰਟਲੀ ਡਰੈਸ ਅਪ ਹੋਏ ਹੋ ਤੇ ਉਹ ਫਿਰ ਬੰਦਾ ਅਗਲਾ ਤੁਹਾਡੀ ਗੱਲ ਸੁਣਦਾ ਤੁਸੀਂ ਚਾਹੇ ਸੇਲਜ਼ਮੈਨ ਹੋ ਚਾਹੇ ਕਿਸੇ ਵੀ ਫੀਲਡ ਵਿੱਚ ਹੋ ਜੇ ਤੁਸੀਂ ਫਸਟ ਇੰਪ੍ਰੈਸ਼ਨ ਠੀਕ ਜਮਾ ਲਿਆ ਤੇ ਫਿਰ ਹੀ ਤੁਹਾਡੀ ਕਿਤੇ ਵੀ ਲੈਵਲ ਤੇ ਜਿਹੜੀ ਗੱਲਬਾਤ ਹੈ ਚਾਹੇ ਤੁਸੀਂ ਕੁੜੀ ਨੂੰ ਪ੍ਰਪੋਜ਼ ਕਰਨ ਜਾ ਰਹੇ ਹੋ ਚਾਹੇ ਬਿਜ਼ਨਸ ਦੀ ਕੋਈ ਪਿਚ ਕਰਨ ਜਾ ਰਹੇ ਹੋ ਕਿਸੇ ਵੀ ਕੰਮ ਲਈ ਜਾ ਰਹੇ ਹੋ ਤੇ ਉਹ ਤੁਹਾਨੂੰ ਹਮੇਸ਼ਾ ਹੀ ਸੋਹਣੇ ਢੰਗ ਨਾਲ ਡਰੈਸ ਅਪ ਹੋਣਾ ਚਾਹੀਦਾ ਸੋ ਬੀਇੰਗ ਐਨ ਆਰਟਿਸਟ ਜਿਵੇਂ ਹੁਣ ਤੁਹਾਡੇ ਕੋਲ ਸਟਾਈਲਿਸਟ ਆਉਂਦੇ ਹੈ ਤੁਸੀਂ ਉਹ ਤੁਹਾਨੂੰ ਲਾਈਕ ਕਹਿੰਦੇ ਮਤਲਬ ਤੁਹਾਨੂੰ ਮਨਾਉਂਦੇ ਆ ਕਿ ਹਾਂ ਜਾਂ ਤੁਹਾਨੂੰ ਕੋਸ਼ਿਸ਼ ਕਰਦੇ ਆ ਮਤਲਬ ਇੱਕ ਤੁਹਾਡਾ ਮਾਈਂਡਸੈਟ ਬਣਾਉਂਦੇ ਕਿ ਹਾਂ ਇਹ ਤੁਹਾਡੇ 'ਤੇ ਜ਼ਿਆਦਾ ਸੂਟ ਕਰੂਗਾ ਉਹ ਸੂਟ ਕਰੂਗਾ ਹੁਣ ਉਹ ਕੰਮ ਤੁਸੀਂ ਦੋਵੇਂ ਕਰ ਰਹੇ ਹੋ ਤਾਂ ਉਹ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਹਾਂ ਨਹੀਂ ਇਹ ਨਿਧੀ ਤਾਂ ਸ਼ੁਰੂ ਤੋਂ ਹੀ ਮੇਰੀ ਸਟਾਈਲਿਸਟ ਹੈਗੀ ਹੋਈ ਆ ਕਿਉਂਕਿ ਜਦੋਂ ਅਸੀਂ ਸਾਡਾ ਹੱਕ ਫਿਲਮ ਕੀਤੀ ਸੀਗੀ ਤੇ ਨਿਧੀ ਕੋਲ ਹੀ ਕਾਸਟਿਊਮ ਡਿਪਾਰਟਮੈਂਟ ਸੀ ਤੇ ਨਿਧੀ ਹੀ ਆਪਣੀ ਇੱਕ ਬੁਟੀਕ ਵਾਲੀ ਫਰੈਂਡ ਨਤਾਸ਼ਾ ਨੂੰ ਲੈ ਕੇ ਆਈ ਕਿ ਤੂੰ ਐਸ ਸਾਡੀ ਫਿਲਮ ਦਾ ਕਾਸਟਿਊਮ ਕਰ ਉਹਨੇ ਕਦੀ ਫਿਲਮ ਦਾ ਕਾਸਟਿਊਮ ਕੀਤਾ ਨਹੀਂ ਸ਼ੀ ਵਾਜ਼ ਰਨਿੰਗ ਅ ਸਕਸੈਸਫੁਲ ਬੁਟੀਕ ਪਰ ਨਤਾਸ਼ਾ ਅੱਜ ਦੀ ਡੇਟ 'ਚ ਪੰਜਾਬੀ ਫਿਲਮ ਇੰਡਸਟਰੀ ਦੀ ਸਕਸੈਸਫੁਲ ਕਾਸਟਿਊਮ ਡਿਜ਼ਾਈਨਰ ਹੈ ਸੋ ਨਿਧੀ ਉਸ ਤੋਂ ਬਾਅਦ ਵੀ ਜਿੰਨੀਆਂ ਮੇਰੀਆਂ ਫਿਲਮਸ ਹੁੰਦੀਆਂ ਨੇ ਜਿੱਥੇ ਵੀ ਕਿਤੇ ਸਟਾਈਲਿਸ਼ ਲੁੱਕ ਹੁੰਦੀ ਹੈ ਮੇਰੀ ਸੋ ਮੈਂ ਇਹਦੇ ਨਾਲ ਕਹਾਣੀ ਡਿਸਕਸ ਕਰ ਲੈਂਦਾ ਕਿ ਇਹੋ ਜਿਹਾ ਕਰੈਕਟਰ ਇੱਦਾਂ ਦਾ ਜਿੱਥੇ ਵੀ ਕਿਤੇ ਸਟਾਈਲਿਸ਼ ਵਾਲੀ ਪਤਾ ਹੋ ਲੱਗੇ ਇਹਨੂੰ ਤੇ ਸ਼ੀ ਗੈਟਸ ਇਨਵੋਲਵ ਇਹਨੂੰ ਫੈਸ਼ਨ ਸੈਂਸ ਬਹੁਤ ਵਧੀਆ ਸੋ ਫਿਰ ਆਪਣੀਆਂ ਟਿਪਸ ਦਿੰਦੀ ਆ ਮੇਰੀ ਘਰੇ ਹੀ ਇੱਕ ਸਟਾਈਲਿਸਟ ਹੈਗੀ ਆ ਉਸ ਤੋਂ ਇਲਾਵਾ ਫਿਰ ਜਦੋਂ ਫਿਲਮ ਪ੍ਰੋਡਕਸ਼ਨ ਵੱਲੋਂ ਜਿਹੜੀ ਕਾਸਟਿਊਮ ਡਿਜ਼ਾਈਨਰ ਜਾਂ ਜਿਹੜੀ ਸਟਾਈਲਿਸ਼ ਮਿਲਦੀ ਆ ਸੋ ਉਹਨਾਂ ਦੇ ਨਾਲ ਕੰਮ ਕਰੀਦਾ ਓਬਵੀਅਸਲੀ ਹੁਣ ਤੱਕ ਕੰਮ ਕਰਦੇ ਕਰਦੇ ਕਾਫੀ ਐਕਸਪੀਰੀਅੰਸ ਹੋ ਗਿਆ ਤੁਹਾਨੂੰ ਸਮਝ ਲੱਗ ਜਾਂਦੀ ਕਿ ਕਰੈਕਟਰ ਦੇ ਹਿਸਾਬ ਨਾਲ ਇਹਦੀ ਕਿਹੋ ਜਿਹੀ ਲੁੱਕ ਹੋਣੀ ਚਾਹੀਦੀ ਤੁਸੀਂ ਆਪਣੀਆਂ ਵੀ ਇਨਪੁਟਸ ਦਿੰਦੇ ਹੋ ਖਾਸ ਤੌਰ ਤੇ ਜਿਹੜੇ ਦੇਸੀ ਮਿੱਟੀ ਨਾਲ ਜੁੜੇ ਹੋਏ ਕਰੈਕਟਰ ਹੁੰਦੇ ਆ ਉਹਦੇ ਵਿੱਚ ਮੇਰੀਆਂ ਜ਼ਿਆਦਾ ਇਨਪੁਟਸ ਹੁੰਦੀਆਂ ਨੇ ਤੇ ਹੁਣ ਜਿੱਦਾਂ ਹੁਣ ਕਾਸਟਿਊਮ ਡਿਜ਼ਾਈਨਰ ਜਿਹੜੇ ਵੀ ਇੰਡਸਟਰੀ 'ਚ ਕੰਮ ਕਰ ਰਹੇ ਨੇ ਜੇ ਮੈਂ ਉਹਨਾਂ ਦੀ ਐਜੂਕੇਸ਼ਨਲ ਬੈਕਗਰਾਊਂਡ ਦੇਖਾਂ ਤੇ ਬਹੁਤ ਸਾਰੇ ਇਹੋ ਜਿਹੇ ਕਾਸਟਿਊਮ ਡਿਜ਼ਾਈਨਰ ਨੇ ਜਿਨ੍ਹਾਂ ਦੀ ਐਜੂਕੇਸ਼ਨ ਫੈਸ਼ਨ ਨਾਲ ਰਿਲੇਟਡ ਨਹੀਂ ਹੈ ਉਹ ਆ ਗਏ ਉਹਨਾਂ ਨੂੰ ਇੱਥੇ ਅਪਰਚੁਨਿਟੀ ਮਿਲੀ ਐਕਸਪੀਰੀਅੰਸ ਕਰਕੇ ਆ ਗਏ ਠੀਕ ਹੈ ਵਧੀਆ ਕੰਮ ਕਰ ਰਹੇ ਪਰ ਹੁਣ ਤੋਂ ਜਿਵੇਂ ਤੇਜ਼ੀ ਨਾਲ ਜ਼ਮਾਨਾ ਬਦਲ ਰਿਹਾ ਹਰ ਬੰਦੇ ਨੂੰ ਇੱਕ ਐਕਸਪਰਟਾਈਜ਼ ਚਾਹੀਦੀ ਹੈ ਉਹ ਐਕਸਪਰਟਾਈਜ਼ ਦੇਣ ਦੇ ਲਈ ਅਸੀਂ ਇਹ ਫੈਸ਼ਨ ਡਿਜ਼ਾਈਨ ਸਕੂਲ ਜਿਹੜਾ ਹੈ ਓਰੇਨ ਦੇ ਨਾਮ ਤੇ ਸ਼ੁਰੂ ਕੀਤਾ ਕਿ ਇੱਥੇ ਤੁਸੀਂ ਇੱਕ ਬੇਸਿਕ ਨੌਲੇਜ ਚਾਹੇ 6 ਮਹੀਨੇ ਦਾ ਕੋਰਸ ਕਰੋ ਆਪਣੀ ਇੱਕ ਨੌਲੇਜ ਨੂੰ ਆਪਣੇ ਇੱਕ ਪੂਰੇ ਤੁਸੀਂ ਇੱਕ ਪ੍ਰੋਸੈਸ ਵਿੱਚੋਂ ਨਿਕਲਦੇ ਹੋ ਰਾਈਟ ਫਰੋਮ ਇਲਸਟ੍ਰੇਸ਼ਨ ਬਣਾਉਂਦੇ ਹੋ ਫਿਰ ਤੁਸੀਂ ਉਹਦੀ ਪੈਟਰਨ ਮੇਕਿੰਗ ਕਰਦੇ ਹੋ ਫਿਰ ਤੁਸੀਂ ਉਹਦੀ ਗਾਰਮੈਂਟਸ ਕੰਸਟਰਕਸ਼ਨ ਕਰਦੇ ਹੋ ਫਿਰ ਐਂਡ ਪ੍ਰੋਡਕਟ ਤੁਸੀਂ ਆਪਣਾ ਆਪਣੇ ਸਾਹਮਣੇ ਦੇਖਦੇ ਹੋ ਫਿਰ ਤੁਹਾਡੀ ਕਲਰ ਸਿਲੈਕਸ਼ਨ ਕਿੱਦਾਂ ਦੀ ਹੈ ਇਹ ਸਾਰੇ ਪ੍ਰੋਸੈਸ ਨੂੰ ਅਸੀਂ ਇੱਥੇ ਸਿਖਾਉਂਦੇ ਹਾਂ ਓਰੇਨ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਵਿੱਚ ਕੌਨਫੀਡੈਂਸ ਹੁੰਦਾ ਹੈ ਤੁਸੀਂ ਚਾਹੇ ਐਜ਼ ਅ ਕਾਸਟਿਊਮ ਡਿਜ਼ਾਈਨਰ ਕੰਮ ਕਰੋ ਚਾਹੇ ਤੁਸੀਂ ਐਜ਼ ਅ ਫੈਸ਼ਨ ਡਿਜ਼ਾਈਨਰ ਕਰੋ ਤੁਸੀਂ ਵੱਡੇ ਵੱਡੇ ਸ਼ੋਜ਼ ਵਿੱਚ ਆਪਣੀਆਂ ਡਰੈਸਿਸ ਲੈ ਕੇ ਮਾਡਲਸ ਦੇ ਨਾਲ ਰੈਂਪ ਵਾਕ ਕਰੋ ਉਹ ਸਾਰੇ ਦੇ ਲਈ ਇੱਕ ਫਾਊਂਡੇਸ਼ਨ ਹੋਣੀ ਜ਼ਰੂਰੀ ਆ ਉਹ ਅਸੀਂ ਫਾਊਂਡੇਸ਼ਨ ਇੱਥੇ ਦੇ ਰਹੇ ਹਾਂ